ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਜਿੱਥੇ ਸਾਡੇ ਮਨਮੱਤੇ ਇਤਿਹਾਸ ਦੇ ਵਿੱਚ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਜ਼ਾਲਮਾਂ ਦਾ ਮੂੰਹ ਤੋੜਿਆ, ਪਾਪੀਆਂ ਦਾ ਨਾਸ਼ ਕੀਤਾ, ਉੱਥੇ ਸਾਡੀਆਂ ਸਿੱਖ ਬੀਬੀਆਂ ਵੀ ਕੁਰਬਾਨੀ ਦੇ ਪੱਖੋਂ ਕਿਸੇ ਪਾਸਿਓਂ ਘੱਟ ਨਹੀਂ। ਉਹਨਾਂ ਨੇ ਇਤਿਹਾਸ ਦੇ ਵਿੱਚ ਵਡਮੁੱਲਾ ਯੋਗਦਾਨ ਪਾਇਆ। ਜੋ ਅੱਜ ਆਪਾਂ ਵਿਚਾਰ ਕਰ ਰਹੇ ਹਾਂ, ਇਤਿਹਾਸਕ ਲੜੀ ਦੇ ਵਿੱਚ 19ਵੀਂ ਸਦੀ ਦੇ ਚੌਥੇ ਦਹਾਕੇ ਦੀ ਗੱਲ ਹੈ। ਪੇਸ਼ਾਵਰ ਇਲਾਕੇ ਵਿੱਚ ਜਮਰਾਓ ਤੋਂ 25 ਮੀਲ ਉੱਤਰ ਪੱਛਮ ਵਿੱਚ ਪਿੰਡ ਮਹਿਨੀਆਂ ਤੋਂ ਇੱਕ ਬਰਾਤ ਵਿਆਹ ਤੋਂ ਬਾਅਦ ਵਾਪਸ ਆਪਣੇ ਪਿੰਡ ਜਾ ਰਹੀ ਸੀ। ਬਰਾਤ ਵਿੱਚ ਕੋਈ 60-70 ਕੁ ਬੰਦੇ, ਲਾੜਾ ਤੇ ਡੋਲੀ ਸੀ। ਇਹ ਲਾੜਾ ਲੜਕੀ ਪਿੰਡ ਮਹਿਨੀਆਂ ਤੋਂ ਹਿੰਦੂ ਕਰਮਚੰਦ ਦੀ ਕੁੜੀ ਸ਼ਰਨੀ ਸੀ, ਜਿਸ ਦਾ ਵਿਆਹ 17 ਸਾਲ ਦੀ ਉਮਰ ਵਿੱਚ ਨੇੜਲੇ ਪਿੰਡ ਦੇ ਜਗਤ ਰਾਮ ਨਾਲ ਹੋ ਗਿਆ। ਸ਼ਰਨੀ ਦਾ ਪਿਤਾ ਦੁਕਾਨਦਾਰ ਸੀ। ਕੁਝ ਕੁ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸ਼ਰਨੀ ਬ੍ਰਾਹਮਣ ਪਰਿਵਾਰ ਵਿੱਚ ਜਨਮੀ ਸੀ। ਸਿੱਖ ਇਤਿਹਾਸ ਵੇਲੇ ਪੰਜਾਬ ਦੇ ਉੱਤਰ ਪੱਛਮ ਵਿੱਚ ਪੇਸ਼ਾਵਰ ਦਾ ਇਲਾਕਾ 90% ਪਠਾਣਾ ਤੇ ਅਫਗਾਨਾਂ ਦੀ ਵਸੋਂ ਵਾਲਾ ਸੀ। ਜਿਸ ਸਮੇਂ ਦੀ ਇਹ ਗੱਲ ਹੈ, ਉਸ ਸਮੇਂ ਇਸ ਖਿੱਤੇ ਵਿੱਚ ਸਿੱਖ ਰਾਜ ਸੀ ਤੇ ਇੱਥੇ ਖਾਲਸਾਈ ਨਿਸ਼ਾਨ ਝੂਲਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ ਦੀ ਕਮਾਨ ਗਵਰਨਰ ਪੇਸ਼ਾਵਰ ਸਰਦਾਰ ਹਰੀ ਸਿੰਘ ਨਲੂਆ ਨੂੰ ਸੌਂਪੀ ਹੋਈ ਸੀ। ਸਰਦਾਰ ਹਰੀ ਸਿੰਘ ਨਲੂਆ ਨੇ ਇਸ ਇਲਾਕੇ ਵਿੱਚ ਸਿੱਖ ਰਾਜ ਦਾ ਝੰਡਾ ਹੀ ਨਹੀਂ ਚਲਾਇਆ, ਬਲਕਿ ਲੜਾਕੇ ਅਫਗਾਨਾਂ ਪਠਾਨਾਂ ਨੂੰ ਇਸ ਤਰੀਕੇ ਨਾਲ ਕਾਬੂ ਕੀਤਾ ਕਿ ਪਠਾਨ ਹਰੀ ਸਿੰਘ ਨਲੂਏ ਦੇ ਨਾਮ ਤੋਂ ਵੀ ਭੈਭੀਤ ਹੋਣ ਲੱਗ ਪਏ। ਪਠਾਨ ਮਾਵਾਂ ਰੋਂਦੇ ਬੱਚਿਆਂ ਨੂੰ ਚੁੱਪ ਕਰਾਉਣ ਤੇ ਸਵਾਉਣ ਲਈ ਸਰਦਾਰ ਦਾ ਨਾਮ ਲੈ ਕੇ ਡਰਾ ਦਿੰਦੀਆਂ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲਾਂ ਪੰਜਾਬ ਦੇ ਪੱਛਮ ਤੋਂ ਆਏ ਪਠਾਨਾਂ ਅਤੇ ਅਫਗਾਨਾਂ ਨੇ ਜਮਰਾਓ ਦੇ ਨੇੜੇ ਪੈਂਦੇ ਖੈਬਰ ਦਰੇ ਤੋਂ ਲੰਘ ਕੇ 8 ਸਦੀਆਂ ਤੱਕ ਹਿੰਦੁਸਤਾਨ ਉੱਤੇ ਹਮਲੇ ਕੀਤੇ ਔਰ ਰੱਜ ਕੇ ਲੁੱਟਿਆ। ਸਰਦਾਰ ਹਰੀ ਸਿੰਘ ਨਲੂਆ ਵਰਗੇ ਜਰਨੈਲਾਂ ਦੇ ਸਿਰ ਇਹ ਸਿਹਰਾ ਜਾਂਦਾ ਏ ਕਿ ਇਹੋ ਜਿਹੇ ਹਮਲੇ ਸਦਾ ਲਈ ਬੰਦ ਹੋ ਗਏ। ਉਸਨੇ ਖੈਬਰ ਦਰੇ ਦੇ ਕੋਲ ਜਮਰਾਓ ਦਾ ਕਿਲ੍ਹਾ ਬਣਾ ਕੇ ਇਹ ਦਰਾ ਦੁਸ਼ਮਣਾਂ ਲਈ ਹਮੇਸ਼ਾ ਲਈ ਬੰਦ ਕਰ ਦਿੱਤਾ। ਉਸਨੇ ਇਸ ਖਿੱਤੇ ਦੇ ਬਾਗੀ ਪਠਾਨਾਂ ਉੱਤੇ ਬਹੁਤ ਨਿਡਰਤਾ, ਦਲੇਰੀ ਅਤੇ ਸਮਝਦਾਰੀ ਦੇ ਨਾਲ ਸ਼ਾਸਨ ਕੀਤਾ। ਪਿੰਡ ਮਹਿਨੀਆਂ ਤੋਂ ਨਿਕਲੀ ਇਹ ਬਰਾਤ ਜਦੋਂ ਜੰਗਲੀ ਰਸਤੇ ਵਿੱਚੋਂ ਲੰਘ ਰਹੀ ਸੀ ਤਾਂ ਕੁਝ ਪਠਾਨ ਡਾਕੂਆਂ ਨੇ ਇਸ ਕਾਫਲੇ ਉੱਤੇ ਹੱਲਾ ਬੋਲ ਦਿੱਤਾ। ਡਾਕੂਆਂ ਨੇ ਦਾਜ ਦੇ ਸਮਾਨ, ਗਹਿਣੇ ਗੱਟੇ ਸਮੇਤ ਸਭ ਕੁਝ ਸੌਂਪਣ ਲਈ ਕਿਹਾ। ਬੇਵਸ ਧਿਰ ਨੇ ਲੁਟੇਰਿਆਂ ਨੂੰ ਆਪਣੀ ਜਾਨ ਬਚਾਉਣ ਲਈ ਸਭ ਕੁਝ ਦੇ ਦਿੱਤਾ। ਡਕੈਤਾਂ ਦੇ ਮੁਖੀ ਨੇ ਨਵੀਂ ਵਿਆਹੀ ਲਾੜੀ ਦੀ ਮੰਗ ਵੀ ਕੀਤੀ। ਲਾਚਾਰ ਨਿਹੱਥੇ ਬਰਾਤੀਆਂ ਨੇ ਡਾਕੂਆਂ ਨੂੰ ਸਭ ਕੁਝ ਲੈਣ ਲਈ ਬੇਨਤੀ ਕੀਤੀ, ਪਰ ਉਹਨਾਂ ਲਾੜੀ ਨੂੰ ਛੱਡਣ ਲਈ ਕਿਹਾ। ਉਹਨਾਂ ਦੀ ਬੇਨਤੀ ਨੂੰ ਉਹ ਸਰਦਾਰ ਨੇ ਨਾਮਨਜ਼ੂਰ ਰੱਦ ਕਰ ਦਿੱਤਾ ਅਤੇ ਉਹਨਾਂ ਨੂੰ ਲਾੜੀ ਨੂੰ ਉਸ ਦੀ ਪਾਲਕੀ ਵਿੱਚ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ। ਉਸਨੇ ਚੀਕ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਸ ਨੂੰ ਆਪਣੇ ਲਾੜੇ ਨਾਲ ਜਾਣ ਦਿੱਤਾ ਜਾਵੇ, ਪਰ ਡਾਕੂਆਂ ਨੇ ਉਸ ਨੂੰ ਡੋਲੀ ਵਿੱਚੋਂ ਬਾਹਰ ਖਿੱਚ ਲਿਆ। ਉਸ ਨੂੰ ਆਪਣੇ ਮੁਖੀ ਦੇ ਅੱਗੇ ਪੇਸ਼ ਕੀਤਾ। ਉਸਨੇ ਇਸ ਲਾੜੀ ਸ਼ਰਨੀ ਨੂੰ ਨਜ਼ਰਬੰਦ ਰੱਖਣ ਲਈ ਕਿਹਾ। ਡਾਕੂਆਂ ਦਾ ਮੁਖੀ ਮਿਚਨੀ ਪਿੰਡ ਦਾ ਪਠਾਨ ਸੀ। ਲਾਚਾਰ ਲਾੜੇ ਜਗਤ ਰਾਮ ਤੇ ਹੋਰ ਬਰਾਤੀਆਂ ਨੂੰ ਇੱਕ ਵਿਚਾਰ ਆਇਆ। ਉਹ ਸਿੱਧਾ ਜਮਰੌਦ ਵਿਖੇ ਗਏ, ਜਿੱਥੇ ਸਰਦਾਰ ਨਲੂਆ ਉਸ ਸਮੇਂ ਹਾਜ਼ਰ ਸੀ। ਜਗਤ ਰਾਮ ਨੇ ਸਰਦਾਰ ਨੂੰ ਦੱਸਿਆ ਕਿ ਉਸ ਦੀ ਲਾੜੀ ਨੂੰ ਕੁਝ ਡਾਕੂਆਂ ਨੇ ਜ਼ਬਰਦਸਤੀ ਖੋਹ ਲਿਆ। ਜਦੋਂ ਸਰਦਾਰ ਹਰੀ ਸਿੰਘ ਨਲੂਆ ਉਹਦੀ ਸ਼ਿਕਾਇਤ, ਉਹਦੀ ਗੱਲ ਨੂੰ ਧਿਆਨ ਨਾਲ ਸੁਣ ਰਿਹਾ ਸੀ ਤਾਂ ਉਹਨੇ ਦੇਖਿਆ ਕਿ 2 ਅਜਨਬੀ ਬੰਦੇ ਉਸ ਦੇ ਦਰਬਾਰ ਦੇ ਦਰਵਾਜ਼ੇ ਕੋਲ ਖੜੇ ਨੇ ਅਤੇ ਸਭ ਕੁਝ ਧਿਆਨ ਨਾਲ ਸੁਣ ਰਹੇ ਨੇ, ਜੋ ਵੀ ਲਾੜਾ, ਜੋ ਵੀ ਬਰਾਤੀ ਕਹਿ ਰਹੇ ਨੇ। ਤਾਂ ਸਰਦਾਰ ਨੂੰ ਸ਼ੱਕ ਸੀ ਕਿ ਉਹ ਵਿਅਕਤੀ ਡਾਕੂਆਂ ਦੇ ਸੂਈਏ ਹੋਣਗੇ।
ਇਸ ਇਲਾਕੇ ਵਿੱਚ ਹਰੀ ਸਿੰਘ ਨਲਵਾ ਪਠਾਨਾਂ ਲਈ ਖੌਫ ਦਾ ਦੂਜਾ ਨਾਮ ਹੋਣ ਕਰਕੇ ਪਠਾਨ ਅਕਸਰ ਹੀ ਇਹੋ ਜਿਹੇ ਸੋਈਏ ਜਾਣਕਾਰੀ ਲਈ ਭੇਜਦੇ ਰਹਿੰਦੇ ਸਨ। ਉਸਨੇ ਉੱਚੀ ਆਵਾਜ਼ ਵਿੱਚ ਕਿਹਾ, ਇਸ ਕਾਇਰ ਨੂੰ ਸਲਾਖਾਂ ਵਿੱਚ ਬੰਦ ਕਰੋ। ਜਿਹੜਾ ਆਪਣੀ ਲਾੜੀ ਦੀ ਰੱਖਿਆ ਨਹੀਂ ਕਰ ਸਕਦਾ ਉਹ ਕਿਸੇ ਦੀ ਮਦਦ ਜਾਂ ਰਹਿਮ ਦਾ ਹੱਕਦਾਰ ਨਹੀਂ ਹੈ। ਦੋਵੇਂ ਸ਼ੱਕੀਆਂ ਨੂੰ ਇਹ ਸਭ ਸੁਣਦਿਆਂ ਬਹੁਤ ਖੁਸ਼ੀ ਹੋਈ। ਆਪਣੇ ਮੁਖੀ ਨੂੰ ਸਭ ਕੁਝ ਦੱਸਣ ਲਈ ਚੱਲ ਪਏ। ਹੁਣ ਹਰੀ ਸਿੰਘ ਜੀ ਨੇ ਆਪਣਾ ਦਾਅ ਖੇਡਿਆ। ਉਸਨੇ ਕੁਝ ਸਿੱਖ ਘੋੜਸਵਾਰਾਂ ਨੂੰ ਹੁਕਮ ਦਿੱਤਾ ਕਿ ਅਗਵਾ ਕੀਤੀ ਲਾੜੀ ਦੇ ਪਤੀ ਦੇ ਨਾਲ ਜਾਣ ਅਤੇ ਗੁਪਤ ਤੌਰ 'ਤੇ ਉਹਨਾਂ ਦੋ ਸ਼ੱਕੀ ਵਿਅਕਤੀਆਂ ਦਾ ਪਿੱਛਾ ਕਰਨ, ਕਿਉਂਕਿ ਸਰਦਾਰ ਨਲੂਆ ਨੇ ਉਹਨਾਂ ਦੇ ਚਿਹਰੇ ਪੜ੍ਹ ਲਏ ਸਨ, ਜੋ ਕਿ ਖੁਸ਼ ਸਨ ਤੇ ਸੰਤੁਸ਼ਟ ਸਨ ਕਿ ਸਾਡੀ ਖੇਡ ਖਤਮ ਹੋ ਗਈ। ਪਠਾਨ ਸੋਈਏ ਆਪਣੇ ਮੁਖੀ ਕੋਲ ਪਹੁੰਚੇ ਤੇ ਉਸ ਨੂੰ ਸਿੱਖ ਸਰਦਾਰ ਦੀ ਪ੍ਰਤੀਕਿਰਿਆ ਬਾਰੇ ਦੱਸਿਆ। ਉਹ ਅਜੇ ਖੁਸ਼ੀ ਨਾਲ ਗੱਲਾਂ ਹੀ ਕਰ ਰਹੇ ਸਨ ਕਿ ਜਦੋਂ ਸਿੱਖ ਘੋੜਸਵਾਰਾਂ ਨੇ ਉਹਨਾਂ ਨੂੰ ਆ ਘੇਰਿਆ। ਸਿੱਖਾਂ ਨੇ ਪਹਿਲਾਂ ਤਾਂ ਇਹਨਾਂ ਡਕੈਤਾਂ ਨਾਲ ਦੋ ਹੱਥ ਕੀਤੇ, ਫਿਰ ਕਾਬੂ ਕਰਕੇ ਡਾਕੂਆਂ ਨੂੰ ਲੁੱਟਦੇ ਮਾਲ ਅਤੇ ਲਾੜੀ ਸਮੇਤ ਹਰੀ ਸਿੰਘ ਨਲਵਾ ਕੋਲ ਲੈ ਆਏ। ਸਰਦਾਰ ਨਲੂਆ ਨੇ ਲਾੜੀ ਸ਼ਰਨੀ ਨੂੰ ਉਸ ਦਾ ਦਾਜ ਗਹਿਣੇ ਵਾਪਸ ਕਰ ਦਿੱਤੇ ਤੇ ਉਸ ਨੂੰ ਆਪਣੇ ਲਾੜੇ ਨਾਲ ਸਹੁਰੇ ਕਰ ਜਾਣ ਲਈ ਕਿਹਾ। ਲਾੜੀ ਅਤੇ ਲਾੜੇ ਨੇ ਸਰਦਾਰ ਨੂੰ ਬੇਨਤੀ ਕੀਤੀ ਉਹ ਹੁਣ ਉਹਨਾਂ ਨੂੰ ਸਿੱਖ ਸਿਪਾਹੀਆਂ ਵਾਂਗ ਉੱਥੇ ਹੀ ਰਹਿਣ ਦੇਣ, ਕਿਉਂਕਿ ਉਹ ਕੈਰਾਂ ਦੇ ਵਿਚਕਾਰ ਕੈਰਾਂ ਵਾਂਗ ਨਹੀਂ ਜਿਉਣਾ ਚਾਹੁੰਦੇ। ਹੁਣ ਬਹਾਦਰ ਸਿੱਖ ਵਜੋਂ ਜਿਉਣਾ ਤੇ ਮਰਨਾ ਚਾਹੁੰਦੇ ਹਨ, ਕਿਉਂਕਿ ਇਹ ਦੋਨੋਂ ਇਸ ਸਮੇਂ ਸਿੱਖ ਫੌਜਾਂ ਦੀ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹੋਏ। ਸਰਦਾਰ ਨਲੂਆ ਨੇ ਇਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ। ਉਸ ਤੋਂ ਬਾਅਦ ਇਸ ਜੋੜੇ ਨੇ ਅੰਮ੍ਰਿਤਪਾਨ ਕਰ ਲਿਆ। ਸ਼ਰਨੀ ਹੁਣ ਸ਼ਰਨ ਕੌਰ ਬਣ ਗਈ ਤੇ ਜਗਤ ਰਾਮ ਜਗਤ ਸਿੰਘ ਬਣ ਗਿਆ। ਸ਼ਰਨ ਕੌਰ ਨੇ ਜਮਰੌਦ ਕਿਲੇ ਵਿੱਚ ਰਸੋਈ ਵਿੱਚ ਸੇਵਾ ਕਰਨੀ ਸ਼ੁਰੂ ਕੀਤੀ ਤੇ ਜਗਤ ਸਿੰਘ ਸਿੱਖ ਫੌਜ ਵਿੱਚ ਸ਼ਾਮਲ ਹੋ ਗਿਆ। ਇੱਕ ਦਿਨ ਸਰਦਾਰ ਹਰੀ ਸਿੰਘ ਨਲੂਆ ਰਸੋਈ ਘਰ ਕੋਲ ਲੰਘ ਰਿਹਾ ਸੀ। ਇੱਕ ਰਸੋਈਏ ਕੋਲੋਂ ਕੋਈ ਬਰਤਨ ਡਿੱਗ ਪਿਆ। ਸ਼ਰਨ ਕੌਰ ਨੇ ਬੜੀ ਹੀ ਫੁਰਤੀ ਨਾਲ ਉਹ ਬਰਤਨ ਡਿੱਗਣ ਤੋਂ ਬਚਾ ਲਿਆ। ਸਰਦਾਰ ਹਰੀ ਸਿੰਘ ਸ਼ਰਨ ਕੌਰ ਦੀ ਇਸ ਚੁਸਤੀ ਫੁਰਤੀ ਤੋਂ ਇੰਨਾ ਖੁਸ਼ ਹੋਇਆ ਕਿ ਉਸਨੇ ਉਸ ਸਿੱਖ ਤੇ ਸੂਈਆ ਵਿਭਾਗ ਵਿੱਚ ਕੰਮ ਕਰਨ ਲਈ ਕਿਹਾ, ਕਿਉਂਕਿ ਵੇਖ ਲਿਆ ਕਿਸ ਵਿੱਚ ਇੰਨੀ ਫੁਰਤੀ ਹੈ, ਇਹ ਸੂਈਆ ਖੁਫੀਆ ਰਿਪੋਰਟਾਂ ਕੱਢ ਸਕਦੀ ਹੈ। ਤੇ ਨਾਲ ਇਹਦਾ ਕਾਰਨ ਇੱਕ ਹੋਰ ਵੀ ਸੀ ਕਿ ਸ਼ਰਨ ਕੌਰ ਖੈਬਰ ਘਾਟੀ ਦੀ ਵਸਨੀਕ ਸੀ ਔਰ ਇਸ ਇਲਾਕੇ ਤੋਂ ਜਾਣੂ ਸੀ ਅਤੇ ਉੱਥੋਂ ਦੀ ਬੋਲੀ ਪਸ਼ਤੋ ਚੰਗੀ ਤਰ੍ਹਾਂ ਜਾਣਦੀ ਸੀ। ਸ਼ਰਨ ਕੌਰ ਨੇ ਇਹ ਕੰਮ ਕਰਨ ਲਈ ਹਾਂ ਕਰ ਦਿੱਤੀ ਤਾਂ ਸਰਦਾਰ ਨੇ ਸ਼ਰਨ ਕੌਰ ਦੀ ਸਿਖਲਾਈ ਸ਼ੁਰੂ ਕਰਵਾ ਦਿੱਤੀ, ਜਿਸ ਵਿੱਚ ਜੰਗੀ ਅਭਿਆਸ ਵੀ ਸੀ। ਦਲੇਰ ਸ਼ਰਨ ਕੌਰ ਜਲਦੀ ਹੀ ਇੱਕ ਚੰਗੀ ਸਿੱਖ ਸਿਪਾਹੀ ਤੇ ਜਸੂਸ ਬਣ ਗਈ। ਜਸੂਸ ਬਣ ਕੇ ਸ਼ਰਨ ਕੌਰ ਨੇ ਜਮਰੌਦ ਦੇ ਆਲੇ ਦੁਆਲੇ ਦੁਸ਼ਮਣਾਂ ਦੀਆਂ ਕਈ ਥਾਵਾਂ ਦਾ ਪਤਾ ਕੀਤਾ। ਉਹਨਾਂ ਦੇ ਟਿਕਾਣੇ ਤੇ ਸੈਨਿਕ ਸ਼ਕਤੀ ਦਾ ਪਤਾ ਕਰਕੇ ਉਹ ਸੂਚਨਾ ਸਰਦਾਰ ਹਰੀ ਸਿੰਘ ਕੋਲ ਪਹੁੰਚਾ ਦਿੰਦੀ ਹੈ। ਸੂਚਨਾ ਬਿਲਕੁਲ ਪੱਕੀ ਨਿਕਲਦੀ। ਇਹ ਸੂਚਨਾ ਦੇ ਆਧਾਰ 'ਤੇ ਸਿੱਖ ਫੌਜਾਂ ਪਠਾਨਾਂ ਦੇ ਲੁਕਵੇਂ ਟਿਕਾਣਿਆਂ 'ਤੇ ਹੱਲਾ ਬੋਲ ਦਿੰਦੀਆਂ ਔਰ ਹਰ ਵਾਰ ਫਤਿਹ ਪ੍ਰਾਪਤ ਹੁੰਦੀ। ਇਹ ਸਾਰੇ ਕੰਮ ਲਈ ਸ਼ਰਨ ਕੌਰ ਪਠਾਨ ਔਰਤ ਦਾ ਭੇਸ ਬਣਾ ਲੈਂਦੀ ਸੀ। ਇੱਕ ਵਾਰ ਸ਼ਰਨ ਕੌਰ ਨੇ ਅਜਿਹਾ ਹੀ ਇੱਕ ਬਹਾਦਰੀ ਵਾਲਾ ਕੰਮ ਕੀਤਾ ਕਿ ਸਰਦਾਰ ਹਰੀ ਸਿੰਘ ਨਲਵਾ ਨੇ ਉਸ ਤੋਂ ਬਾਅਦ ਸ਼ਰਨ ਕੌਰ ਨੂੰ ਆਪਣੀ ਧਰਮ ਦੀ ਪੁੱਤਰੀ ਬਣਾ ਲਿਆ। ਹੋਇਆ ਇਉਂ ਕਿ ਇੱਕ ਪਠਾਨ ਅਕਬਰ ਖਾਨ, ਜੋ ਕਿ ਖਾਲਸਾ ਫੌਜ ਨਾਲ ਲੜਾਈ ਦੀ ਤਿਆਰੀ ਆਪਣੇ ਉੱਤਮਜਈ ਕਿਲੇ ਵਿੱਚ ਕਰ ਰਿਹਾ ਸੀ, ਸਰਦਾਰ ਹਰੀ ਸਿੰਘ ਨਲਵਾ ਨੇ ਇਸ ਬਾਰੇ ਪੱਕੀ ਸੂਚਨਾ ਲਈ ਸ਼ਰਨ ਕੌਰ ਨੂੰ ਕਿਹਾ, ਇਹ ਕੰਮ ਜਿੰਨਾ ਔਖਾ ਸੀ ਓਨਾ ਹੀ ਖਤਰਨਾਕ ਵੀ ਹੈ। ਪਰ ਸ਼ਰਨ ਕੌਰ ਸਰਦਾਰ ਤੋਂ ਆਗਿਆ ਲੈ ਕੇ ਉੱਤਮਜਈ ਕਿਲੇ ਵੱਲ ਚੱਲ ਪਈ। ਪਠਾਨ ਲੜਕੀ ਦਾ ਭੇਸ ਬਦਲ ਕੇ ਰੋਂਦੀ ਕਰਲਾਉਂਦੀ ਜਦੋਂ ਅਕਬਰ ਖਾਨ ਦੇ ਗੜ੍ਹ ਵਿੱਚ ਗਈ ਤਾਂ ਅਕਬਰ ਖਾਨ ਨਾਲ ਇਕੱਲੇ ਮਿਲਣ ਲਈ ਉਸ ਦੇ ਬੰਦਿਆਂ ਨੂੰ ਕਿਹਾ। ਪਠਾਨ ਲੜਕੀ ਸਮਝ ਕੇ ਉਹ ਸ਼ਰਨ ਕੌਰ ਨੂੰ ਅਕਬਰ ਖਾਨ ਕੋਲ ਲੈ ਗਏ ਤਾਂ ਰੋਂਦੀ ਹੋਈ ਨੇ ਅਕਬਰ ਖਾਨ ਨੂੰ ਕਿਹਾ,
ਜਮਰੌਦ ਕਿਲੇ ਵਿਚਲੇ ਸਿੱਖ ਫੌਜੀਆਂ ਨੇ ਉਸ ਦੇ ਭਰਾ ਦਾ ਕਤਲ ਕਰ ਦਿੱਤਾ ਹੈ ਤੇ ਮੇਰੀ ਮਦਦ ਕਰੋ। ਅਕਬਰ ਖਾਨ ਨੇ ਸ਼ਰਨ ਕੌਰ ਨੂੰ ਦਿਲਾਸਾ ਦਿੰਦਿਆਂ ਦੱਸਿਆ ਉਹ ਖਾਲਸਾ ਫੌਜ ਨਾਲ ਟੱਕਰ ਲੈਣ ਦੀ ਤਿਆਰੀ ਕਰ ਰਹੇ ਨੇ। ਜਦੋਂ ਪਠਾਨ ਸਰਦਾਰ ਨੇ ਸਾਰੀ ਜਾਣਕਾਰੀ ਦੇ ਦਿੱਤੀ, ਮੌਕਾ ਦੇਖਦਿਆਂ ਸ਼ਰਨ ਕੌਰ ਨੇ ਲੁਕਾਇਆ ਛੁਰਾ ਕੱਢਿਆ ਤੇ ਅਕਬਰ ਖਾਨ ਤੇ ਟੁੱਟ ਪਈ। ਅਕਬਰ ਖਾਨ ਨੂੰ ਸੋਧ ਕੇ ਬੜੀ ਫੁਰਤੀ ਨਾਲ ਉੱਥੋਂ ਬਾਹਰ ਨਿਕਲੀ ਤੇ ਘੋੜੇ ਤੇ ਸਵਾਰ ਹੋ ਕੇ ਭੱਜ ਗਈ। ਪਠਾਣਾਂ ਵਿੱਚ ਰੌਲਾ ਪੈ ਗਿਆ। ਕੁਝ ਪਠਾਣਾਂ ਨੇ ਸ਼ਰਨ ਕੌਰ ਦਾ ਪਿੱਛਾ ਕੀਤਾ, ਰਸਤੇ ਵਿੱਚ ਘੇਰ ਲਿਆ। ਬਹਾਦਰ ਸ਼ਰਨ ਕੌਰ ਨੇ ਬੜੀ ਦਲੇਰੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ। ਦੁਸ਼ਮਣ ਇਸ ਬਹਾਦਰ ਲੜਕੀ ਅੱਗੇ ਟਿਕ ਨਾ ਸਕੇ ਤੇ ਭੱਜ ਗਏ। ਜਮਰੌਦ ਪਹੁੰਚ ਕੇ ਸ਼ਰਨ ਕੌਰ ਨੇ ਸਾਰੀ ਵਿਥਿਆ ਦੱਸੀ। ਸ਼ਰਨ ਕੌਰ ਦੀ ਇਸ ਦਲੇਰੀ ਤੋਂ ਸਾਰੇ ਸਿੱਖ ਬੜੇ ਖੁਸ਼ ਹੋਏ। ਸੰਨ 1837 ਦੀ ਸ਼ੁਰੂਆਤ ਵਿੱਚ ਪੇਸ਼ਾਵਰ ਦੀਆਂ ਖਾਲਸਾ ਫੌਜਾਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਚਲੀਆਂ ਗਈਆਂ। ਸਰਦਾਰ ਹਰੀ ਸਿੰਘ ਨਲੂਆ ਪੇਸ਼ਾਵਰ ਦੇ ਕਿਲ੍ਹਾ ਬਾਲਾ ਹਿਸਾਰ ਵਿੱਚ ਆਇਆ ਹੋਇਆ ਸੀ, ਜਿੱਥੇ ਉਸ ਦੀ ਸਿਹਤ ਕਾਫੀ ਖਰਾਬ ਹੋ ਗਈ। ਸਰਦਾਰ ਨੂੰ ਬੁਖਾਰ ਨਾਲ ਬਹੁਤ ਕਮਜ਼ੋਰੀ ਹੋ ਗਈ। ਉਧਰ ਜਮਰੌਦ ਕਿਲੇ ਵਿੱਚ ਸਰਦਾਰ ਮਹਾਂ ਸਿੰਘ ਮੀਰਪੁਰੀਆ ਦੀ ਕਮਾਂਡ ਹੇਠ ਸਿਰਫ 800 ਸਿੱਖ ਫੌਜੀ ਸਨ। ਹੁਣ ਇੱਥੇ ਕਈ ਇਤਿਹਾਸਕਾਰ ਮੰਨਦੇ ਨੇ ਕਿ ਪੇਸ਼ਾਵਰ ਵਿੱਚ ਫੌਜ ਦੀ ਘਾਟ ਦੀ ਖਬਰ ਡੋਗਰਿਆਂ ਨੇ ਕਾਬਲ ਭੇਜੀ ਸੀ। ਸ਼ਰਨ ਕੌਰ ਤੇ ਉਸਦੇ ਪਤੀ ਜਗਤ ਸਿੰਘ ਨੇ ਸੂਹ ਕੱਢੀ ਕਿ ਕਾਬਲ ਤੋਂ ਅਮੀਰ ਦੋਸਤ ਮੁਹੰਮਦ ਖਾਨ ਨੇ ਜਮਰੌਦ ਉੱਪਰ ਚੜ੍ਹਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਸਰਦਾਰ ਹਰੀ ਸਿੰਘ ਜਮਰੌਦ ਕਿਲੇ ਵਿੱਚ ਨਹੀਂ। ਜਦੋਂ ਇਹ ਸੂਹ ਸ਼ਰਨ ਕੌਰ ਤੇ ਜਗਤ ਸਿੰਘ ਨੇ ਸਰਦਾਰ ਮਾਹ ਸਿੰਘ ਮੀਰਪੁਰੀਏ ਨੂੰ ਦਿੱਤੀ ਨਾ, ਉਹ ਤੁਰੰਤ ਹਰਕਤ ਵਿੱਚ ਆ ਗਿਆ। ਮਾਹ ਸਿੰਘ ਨੇ ਫੌਰਨ ਖਤ ਲਿਖ ਕੇ ਸਰਦਾਰ ਹਰੀ ਸਿੰਘ ਨਲੂਆ ਕੋਲੋਂ ਫੌਜੀ ਮਦਦ ਮੰਗੀ। ਸਰਦਾਰ ਨੇ ਉਹ ਖਤ ਤੇ ਆਪਣੇ ਵੱਲੋਂ ਇੱਕ ਅਰਜੀ ਨਾਲ ਨੱਥੀ ਕਰਕੇ ਪੇਸ਼ਾਵਰ ਦੀਆਂ ਫੌਜਾਂ ਦੀ ਜਲਦੀ ਵਾਪਸੀ ਲਈ ਮਹਾਰਾਜਾ ਰਣਜੀਤ ਸਿੰਘ ਵੱਲ ਭੇਜਿਆ। 26 ਅਪ੍ਰੈਲ ਤੱਕ ਇਹ ਸੁਨੇਹਾ ਰਾਜਾ ਧਿਆਨ ਸਿੰਘ ਪਾਸ ਪਹੁੰਚ ਗਿਆ, ਪਰ ਉਸਨੇ ਇਹ ਸੁਨੇਹਾ ਮਹਾਰਾਜਾ ਨੂੰ ਗਿਣੀ ਮਿਥੀ ਸਾਜ਼ਿਸ਼ ਤਹਿਤ ਨਾ ਦਿੱਤਾ, ਕਿਉਂਕਿ ਉਹ ਸਰਦਾਰ ਹਰੀ ਸਿੰਘ ਨੂੰ ਆਪਣੇ ਰਸਤੇ ਵਿੱਚ ਰੋੜਾ ਸਮਝਦਾ ਸੀ। ਤੇ ਜੇ ਵਾਕਿਆ ਹੀ ਪੇਸ਼ਾਵਰ ਦੀ ਸੂਹ ਕਾਬਲ ਤੱਕ ਇਹਨਾਂ ਡੋਗਰਿਆਂ ਨੇ ਦਿੱਤੀ ਤਾਂ ਇਸ ਦਾ ਮਤਲਬ ਸਾਫ਼ ਸੀ ਕਿ ਧਿਆਨ ਸਿੰਘ ਨਹੀਂ ਸੀ ਚਾਹੁੰਦਾ ਕਿ ਸਰਦਾਰ ਹਰੀ ਸਿੰਘ ਨੂੰ ਕੋਈ ਮਦਦ ਮਿਲੇ। ਇਸ ਤਰ੍ਹਾਂ 30 ਅਪ੍ਰੈਲ ਤੱਕ ਵੀ ਪੇਸ਼ਾਵਰ ਤੱਕ ਕੋਈ ਫੌਜ ਤੇ ਸੁਨੇਹਾ ਲਾਹੌਰ ਵੱਲੋਂ ਨਾ ਆਇਆ, ਜਦੋਂ ਕਿ ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੇ 5 ਪੁੱਤਰਾਂ ਨੂੰ 30,000 ਗਾਜੀਆਂ ਦੇ ਲਸ਼ਕਰ ਸਹਿਤ ਮਿਰਜ਼ਾ ਸੰਮੀ ਖਾਨ ਨੂੰ ਆਪਣਾ ਲਾਇਬਲ ਸਲਤਨਤ ਮੁਕਰਰ ਕਰਕੇ 15 ਅਪ੍ਰੈਲ ਨੂੰ ਹੀ ਜਮਰੌਦ ਤੇ ਚੜ੍ਹਾਈ ਲਈ ਭੇਜ ਦਿੱਤਾ। ਮਹਾਂ ਸਿੰਘ ਦੇ ਸੁਨੇਹੇ ਤੋਂ ਬਾਅਦ ਹਰੀ ਸਿੰਘ ਨਲੂਆ ਖੁਦ ਜਮਰੌਦ ਜਾਣਾ ਚਾਹੁੰਦਾ ਸੀ, ਪਰ ਵੈਦਾਂ ਨੇ ਉਸ ਦੀ ਮਾੜੀ ਹਾਲਤ ਕਰਕੇ ਉਸ ਨੂੰ ਕਿਤੇ ਵੀ ਜਾਣ ਤੋਂ ਮਨ੍ਹਾ ਕੀਤਾ ਹੋਇਆ ਸੀ। 27 ਅਪ੍ਰੈਲ ਨੂੰ ਦਰਾ ਖੈਬਰ ਲੰਘਦੇ ਹੋਏ 28 ਅਪ੍ਰੈਲ ਨੂੰ ਅਫਗਾਨਾਂ ਨੇ ਜਮਰੌਦ ਤੇ ਹਮਲਾ ਕਰ ਦਿੱਤਾ। ਕਿਲੇ ਅੰਦਰੋਂ ਸਿੱਖ ਫੌਜ ਨੇ ਵੀ ਪਠਾਣਾਂ ਉੱਪਰ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਅਗਲੇ ਦਿਨ ਪਠਾਣਾਂ ਨੇ ਕਿਲੇ ਤੇ ਤੋਪ ਦੇ ਗੋਲੇ ਚਲਾ ਦਿੱਤੇ ਤੇ ਕਿਲੇ ਦੀ ਪੱਛਮੀ ਦੀਵਾਰ ਤੋੜ ਦਿੱਤੀ ਤੇ ਸਾਰਾ ਦਿਨ ਦੋਨੋਂ ਤਰਫੋਂ ਗੋਲੀਆਂ ਚੱਲਦੀਆਂ ਰਹੀਆਂ, ਪਰ ਪਠਾਣ ਅੱਗੇ ਨਾ ਆਏ। ਸਰਦਾਰ ਮਾਹ ਸਿੰਘ ਨੇ ਸਿੱਖ ਫੌਜੀਆਂ ਨੂੰ ਇਹ ਖਬਰ ਜਲਦ ਤੋਂ ਜਲਦ ਪੇਸ਼ਾਵਰ ਪਹੁੰਚਾਉਣ ਲਈ ਕਿਹਾ। ਇਹ ਕੰਮ ਕਰਨ ਲਈ ਤੁਰੰਤ ਸ਼ਰਨ ਕੌਰ ਨੇ ਕਿਹਾ, ਜਿਸ ਦਾ ਕੁਝ ਸਿੱਖ ਫੌਜੀਆਂ ਨੇ ਵਿਰੋਧ ਕੀਤਾ ਕਿ ਉਹ ਆਪਣੇ ਹੁੰਦੇ ਹੋਏ ਸ਼ਰਨ ਕੌਰ ਨੂੰ ਕਿਸੇ ਵੀ ਖਤਰੇ ਵਿੱਚ ਨਹੀਂ ਸਨ ਪਾਉਣਾ ਚਾਹੁੰਦੇ। ਪਰ ਸ਼ਰਨ ਕੌਰ ਦੇ ਦ੍ਰਿੜ ਨਿਸ਼ਚੇ ਅੱਗੇ ਕਿਸੇ ਦੀ ਇੱਕ ਨਾ ਚੱਲੀ। ਰਾਤ ਹੋਣ ਤੇ ਪੱਛਮੀ ਕੰਧ ਨੂੰ ਖਾਲਸਾ ਫੌਜ ਨੇ ਰੇਤ ਦੀਆਂ ਬੋਰੀਆਂ ਨਾਲ ਦੁਬਾਰਾ ਉਸਾਰਨਾ ਸ਼ੁਰੂ ਕੀਤਾ, ਔਰ ਦੂਜੇ ਪਾਸੇ ਸ਼ਰਨ ਕੌਰ ਨੂੰ ਸਰਦਾਰ ਮਹਾਂ ਸਿੰਘ ਨੇ ਇੱਕ ਖੱਤ ਸਰਦਾਰ ਹਰੀ ਸਿੰਘ ਵੱਲ ਦੇ ਕੇ ਤੋਰ ਦਿੱਤਾ। ਸ਼ਰਨ ਕੌਰ ਨੇ ਫਿਰ ਪਠਾਨ ਔਰਤ ਦਾ ਭੇਸ ਬਣਾ ਲਿਆ ਤੇ ਜਮਰੌਦ ਤੋਂ ਬਾਲਾ ਹਿਸਾਰ ਦੇ ਕਿਲੇ ਤੱਕ ਰਸਤੇ ਵਿੱਚ ਸੰਘਣੇ ਜੰਗਲ ਨੂੰ ਪਾਰ ਕਰਕੇ ਰਾਤ ਦੇ ਹਨੇਰੇ ਵਿੱਚ ਤੇਜ਼ੀ ਨਾਲ ਆਪਣੇ ਘੋੜੇ ਤੇ ਸਵਾਰ ਹੋ ਕੇ ਅੱਧੀ ਰਾਤ ਤੱਕ ਬਾਲਾ ਹਿਸਾਰ ਪਹੁੰਚ ਗਈ।
ਕਿਲੇ ਅੰਦਰ ਸਰਦਾਰ ਹਰੀ ਸਿੰਘ ਨੂੰ ਫਤਿਹ ਬੁਲਾ ਕੇ ਖਤ ਪਕੜਾ ਦਿੱਤਾ। ਖਤ ਪੜ੍ਹਦਿਆਂ ਸਾਰ ਹੀ ਹਰੀ ਸਿੰਘ ਨਲੂਆ ਕਮਜ਼ੋਰੀ ਦੇ ਬਾਵਜੂਦ ਉੱਠ ਕੇ ਖੜਾ ਹੋ ਗਿਆ ਤੇ ਸ਼ਰਨ ਕੌਰ ਨੂੰ ਤੁਰੰਤ ਵਾਪਸ ਜਾਣ ਦਾ ਹੁਕਮ ਦਿੱਤਾ ਕਿ ਉਹ ਮਹਾਂ ਸਿੰਘ ਕੋਲ ਜਾ ਕੇ ਸੁਨੇਹਾ ਦੇ ਦੇਵੇ ਕਿ ਸਰਦਾਰ ਆ ਰਿਹਾ ਹੈ। ਤਦ ਤੱਕ ਉਹ ਪਠਾਣਾਂ ਦਾ ਮੁਕਾਬਲਾ ਕਰਦੇ ਰਹਿਣ। ਹੁਣ ਤੱਕ ਪਠਾਨ ਵੀ ਚੁਕੰਨੇ ਸਨ। ਉਹਨਾਂ ਦੇ ਪਿੰਡਾਂ ਵਿੱਚ ਇਸ ਗੱਲ ਦੀ ਚਰਚਾ ਸੀ, ਇੱਕ ਸਿੱਖ ਔਰਤ ਪਠਾਣੀ ਭੇਸ ਵਿੱਚ ਜਸੂਸੀ ਕਰਦੀ ਹੈ। ਇਸ ਹਾਲਤ ਵਿੱਚ ਉਹਨਾਂ ਨੂੰ ਪੂਰਾ ਯਕੀਨ ਸੀ ਕਿ ਸਿੱਖ ਜਸੂਸ ਜਮਰਾਓ ਤੋਂ ਬਾਲਾ ਹਿਸਾਰ ਵੱਲ ਆਉਣ ਜਾਣਗੇ। ਬਾਲਾ ਹਿਸਾਰ ਵੱਲ ਸ਼ਰਨ ਕੌਰ ਦੇ ਜਾਂਦਿਆਂ ਇੱਕ ਪਠਾਨ ਦਿਲਾਵਰ ਖਾਨ ਨੇ ਆਪਣੇ 4 ਸਾਥੀਆਂ ਨਾਲ ਉਸ ਦਾ ਪਿੱਛਾ ਵੀ ਕੀਤਾ, ਪਰ ਜਾਂਦੇ ਵਕਤ ਉਹ ਸ਼ਰਨ ਕੌਰ ਨੂੰ ਲੱਭ ਨਾ ਸਕੇ ਤੇ ਰਸਤੇ ਦੇ ਵਿੱਚ ਘਾਤ ਲਗਾ ਕੇ ਲੁਕ ਗਏ। ਵਾਪਸੀ ਵੇਲੇ ਉਹਨਾਂ ਨੇ ਸ਼ਰਨ ਕੌਰ ਨੂੰ ਘੇਰ ਲਿਆ। ਪਹਿਲਾਂ ਉਹਨਾਂ ਨੇ ਗੋਲੀ ਚਲਾਈ ਜੋ ਘੋੜੇ ਨੂੰ ਲੱਗੀ ਤੇ ਸ਼ਰਨ ਕੌਰ ਉਹ ਸਮੇਤ ਘੋੜੇ ਉੱਥੇ ਡਿੱਗ ਪਈ। ਜਦੋਂ ਦੁਸ਼ਮਣ ਨੇ ਕੋਲ ਆ ਕੇ ਸ਼ਰਨ ਕੌਰ 'ਤੇ ਹਮਲਾ ਕੀਤਾ ਤਾਂ ਸ਼ਰਨ ਕੌਰ ਨੇ ਤਲਵਾਰ ਦੇ ਨਾਲ ਅਜਿਹਾ ਮੁਕਾਬਲਾ ਕੀਤਾ, ਕਿਵੇਂ ਨਾ ਕਿਵੇਂ ਸ਼ਰਨ ਕੌਰ ਨੇ ਇਹਨਾਂ ਨੂੰ ਚਕਮਾ ਦਿੱਤਾ ਤੇ ਜਮਰੌਦ ਕਿਲੇ ਵਿੱਚ ਪੁੱਜ ਗਈ। ਜਾ ਕੇ ਮਹਾਂ ਸਿੰਘ ਨੂੰ ਸਰਦਾਰ ਹਰੀ ਸਿੰਘ ਦਾ ਸੁਨੇਹਾ ਦਿੱਤਾ। ਰਾਤ ਦੇ ਆਖਰੀ ਪਹਿਰ ਸਰਦਾਰ ਹਰੀ ਸਿੰਘ ਨਲੂਆ ਫੌਜ ਲੈ ਕੇ ਪਹੁੰਚ ਗਿਆ। ਘਮਸਾਨ ਦਾ ਯੁੱਧ ਹੋਇਆ ਤੇ ਖਾਲਸਾ ਫੌਜ ਨੇ ਦੁਸ਼ਮਣ ਦਾ ਬੁਰਾ ਹਾਲ ਕਰ ਦਿੱਤਾ। ਦੁਸ਼ਮਣ ਫੌਜਾਂ ਵਿੱਚ ਜਦੋਂ ਪਤਾ ਲੱਗਾ ਤਾਂ ਉਹਨਾਂ ਵਿੱਚ ਰੌਲਾ ਪੈ ਗਿਆ ਕਿ ਹਰੀ ਸਿੰਘ ਆ ਗਿਆ ਏ। ਉਸ ਤੋਂ ਬਾਅਦ ਉੱਥੋਂ ਭੱਜ ਤੁਰੇ। ਸਿੱਖ ਫੌਜ ਨੇ ਅਫਗਾਨਾਂ ਦੀਆਂ ਤੋਪਾਂ ਵੀ ਖੋਲੀਆਂ। ਮੈਦਾਨ ਛੱਡ ਕੇ ਭੱਜੇ ਜਾਂਦੇ ਅਫਗਾਨਾਂ ਮਗਰ ਸਰਦਾਰ ਨਿਧਾਨ ਸਿੰਘ ਸਿਪਾਹੀਆਂ ਨੂੰ ਨਾਲ ਲੈ ਕੇ ਅਫਗਾਨੀਆਂ ਨੂੰ ਦਰਾ ਖੈਬਰ ਦੇ ਅੰਦਰ ਦੂਰ ਤੱਕ ਨਿਕਲ ਚੁੱਕਾ ਸੀ। ਉਸ ਨੂੰ ਵਾਪਸ ਲਿਆਉਣ ਲਈ ਸਰਦਾਰ ਹਰੀ ਸਿੰਘ ਤੁਰੰਤ ਉਸ ਦੇ ਪਿੱਛੇ ਚਲਾ ਗਿਆ। ਇੱਥੇ ਚਟਾਨਾਂ ਵਿੱਚ ਇੱਕ ਗੁਫਾ ਬਣੀ ਹੋਈ ਸੀ, ਜਿਸ ਵਿੱਚ ਲੁਕੇ ਹੋਏ ਗਾਜੀਆਂ ਨੇ ਸਰਦਾਰ ਹਰੀ ਸਿੰਘ ਉੱਪਰ ਗੋਲੀ ਚਲਾ ਦਿੱਤੀ। ਔਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਗੋਲੀ ਜਿਹੜੀ ਹੈ ਡੋਗਰਿਆਂ ਦੇ ਬੰਦਿਆਂ ਨੇ ਚਲਾਈ ਕਿ ਜੇ ਅਫਗਾਨਾਂ ਤੋਂ ਸਰਦਾਰ ਹਰੀ ਸਿੰਘ ਬਚ ਜਾਵੇ ਤਾਂ ਉਹ ਕਿਸੇ ਵੀ ਤਰੀਕੇ ਬਚਣਾ ਨਹੀਂ ਚਾਹੀਦਾ, ਤੇ ਇਸ ਲਈ ਇਹ ਜਿਹੜੇ ਲੁਕੇ ਹੋਏ ਬੰਦੇ ਸਨ ਇਹ ਡੋਗਰਿਆਂ ਦੇ ਬੰਦੇ ਸਨ। ਲੈਪਲ ਗ੍ਰਿਫਨ ਦੇ ਮੁਤਾਬਕ ਇੱਕ ਗੋਲੀ ਛਾਤੀ ਵਿੱਚ, ਦੂਜੀ ਪੱਟ ਵਿੱਚ ਲੱਗੀ। ਕੁਝ ਕਹਿੰਦੇ ਨੇ ਕਿ ਵੱਖੀ ਤੇ ਛਾਤੀ ਵਿੱਚ ਗੋਲੀ ਲੱਗੀ। ਜ਼ਖਮੀ ਸਰਦਾਰ ਨਲੂਆ ਨੇ ਸਰਦਾਰ ਅਮਰ ਸਿੰਘ ਨੂੰ ਨਿਧਾਨ ਸਿੰਘ ਦੀ ਮਦਦ ਲਈ ਕਿਹਾ। ਆਪਣਾ ਘੋੜਾ ਜਮਰੌਦ ਕਿਲੇ ਵੱਲ ਮੋੜ ਦਿੱਤਾ। ਜਮਰੌਦ ਪਹੁੰਚ ਕੇ ਸਰਦਾਰ ਹਰੀ ਸਿੰਘ ਨੇ ਮਾਂ ਸਿੰਘ ਤੇ ਹੋਰ ਸਾਰੇ ਸਿੱਖ ਫੌਜੀਆਂ ਨੂੰ ਪੇਸ਼ਾਵਰ ਦੀ ਫੌਜ ਦੀ ਵਾਪਸੀ ਤੱਕ ਇਹ ਭੇਦ ਗੁਪਤ ਰੱਖਣ ਲਈ ਕਿਹਾ। ਔਰ ਇਸ ਤਰ੍ਹਾਂ ਸਰਦਾਰ ਹਰੀ ਸਿੰਘ ਨਲੂਆ 30 ਅਪ੍ਰੈਲ 1837 ਨੂੰ ਸ਼ਹੀਦ ਹੋ ਗਿਆ। ਅਗਲਾ ਕੰਮ ਸੀ ਲਾਹੌਰ ਇਸ ਘਟਨਾ ਦੀ ਖਬਰ ਪਹੁੰਚਾਉਣਾ। ਸਰਦਾਰ ਮਹਾਂ ਸਿੰਘ ਨੇ ਇਸ ਵਾਰ ਫਿਰ ਸ਼ਰਨ ਕੌਰ ਤੇ ਉਸਦੇ ਪਤੀ ਜਗਤ ਸਿੰਘ ਨੂੰ ਜਮਰੌਦ ਤੋਂ ਤੋਰਿਆ ਤੇ ਪੇਸ਼ਾਵਰ ਤੋਂ ਹੁੰਦੇ ਹੋਏ ਕੁਝ ਸਿੱਖ ਘੋੜਸਵਾਰਾਂ ਨੂੰ ਨਾਲ ਲਿਜਾਣ ਲਈ ਕਿਹਾ। ਇਹ ਜਥਾ ਲਾਹੌਰ ਪਹੁੰਚ ਗਿਆ ਤੇ ਮਹਾਰਾਜਾ ਨੂੰ ਇਸ ਘਟਨਾ ਬਾਰੇ ਦੱਸਿਆ। ਮਹਾਰਾਜਾ ਤੇ ਇਸ ਦਾ ਬਹੁਤ ਜ਼ਿਆਦਾ ਦੁੱਖ ਮਨਾਇਆ। ਇਸ ਫੌਜੀ ਟੁਕੜੀ ਨੂੰ ਲਾਹੌਰ ਵਿੱਚ ਰੁਕਣ ਲਈ ਕਿਹਾ ਤੇ ਇਸ ਮੁਹਿੰਮ ਤੇ ਮਹਾਰਾਜਾ ਰਣਜੀਤ ਸਿੰਘ ਖੁਦ ਫੌਜ ਦੇ ਨਾਲ ਜਮਰੌਦ ਗਏ ਤੇ ਸਰਦਾਰ ਹਰੀ ਸਿੰਘ ਨਲੂਆ ਦੀ ਸਮਾਧ ਬਣਵਾਈ। ਉੱਥੇ ਹੀ ਮਹਾਰਾਜਾ ਨੇ ਸ਼ਰਨ ਕੌਰ ਦੀ ਬਹਾਦਰੀ ਬਾਰੇ ਸੁਣਿਆ ਔਰ ਉਸ ਤੋਂ ਕਾਫੀ ਪ੍ਰਭਾਵਿਤ ਹੋਏ। ਮਹਾਰਾਜਾ ਨੇ ਲਾਹੌਰ ਪਹੁੰਚ ਕੇ ਬੀਬੀ ਸ਼ਰਨ ਕੌਰ ਤੇ ਉਸਦੇ ਪਤੀ ਜਗਤ ਸਿੰਘ ਨੂੰ 4-4 ਹਜ਼ਾਰ ਰੁਪਏ ਦੀ ਸਾਲਾਨਾ ਜਗੀਰ ਇਨਾਮ ਵਿੱਚ ਦਿੱਤੀ। ਇੱਕ ਸ਼ਰਮੀਲੀ ਲਾਚਾਰ ਲੜਕੀ ਸ਼ਰਨ ਕੌਰ ਸ਼ਰਨੀ, ਜੋ ਕਿ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਸ਼ਰਨ ਕੌਰ ਇੱਕ ਬਹਾਦਰ ਸਿੱਖ ਸਿਪਾਹੀ ਬਣ ਗਈ। ਉਹ ਸਿੱਖ ਇਤਿਹਾਸ ਵਿੱਚ ਬਹਾਦਰ ਔਰਤ ਵਜੋਂ ਜਾਣੀ ਜਾਂਦੀ ਹੈ। ਉਸ ਦੀ ਬਹਾਦਰੀ ਨੇ ਸਿੱਖ ਰਾਜ ਨੂੰ ਭੰਗ ਹੋਣ ਤੋਂ ਬਚਾ ਲਿਆ। ਸਿੱਖ ਇਤਿਹਾਸ ਵਿੱਚ ਉਹ ਆਪਣੀ ਨਿਰਸਵਾਰਥ ਸੇਵਾ, ਸ਼ਾਨਦਾਰ ਜਸੂਸੀ ਲਈ ਹਮੇਸ਼ਾ ਯਾਦ ਰਹੇਗੀ। ਸ਼ਰਨ ਕੌਰ ਵਰਗੀਆਂ ਹੋਰ ਵੀ ਕਈ ਸਿੱਖ ਬੀਬੀਆਂ ਹਨ ਜੋ ਇਤਿਹਾਸ ਦੇ ਵਿੱਚ ਅਣਗੌਲੀਆਂ ਗਈਆਂ ਹਨ ਤੇ ਕਈ ਸਿੱਖਾਂ 'ਤੇ
ਉਹਨਾਂ ਦੇ ਬੱਚਿਆਂ ਨੂੰ ਇਹਨਾਂ ਦੇ ਇਤਿਹਾਸ ਬਾਰੇ ਪਤਾ ਹੀ ਨਹੀਂ, ਕਿਉਂਕਿ ਅਸੀਂ ਇਤਿਹਾਸ ਪੜ੍ਹਦੇ ਨਹੀਂ, ਸੁਣਦੇ ਨਹੀਂ। ਅਤੇ ਜੇ ਥੋੜ੍ਹੀ ਬਹੁਤੀ ਪੋਸਟ ਕਈ ਵਾਰ ਵੱਡੀ ਹੋ ਜਾਵੇ, ਲੰਮੀ ਹੋ ਜਾਵੇ, ਅਸੀਂ ਸੁਣਦੇ ਵੀ ਨਹੀਂ, ਅਸੀਂ ਪੜ੍ਹਦੇ ਵੀ ਨਹੀਂ, ਉਸ ਤਰ੍ਹਾਂ ਹੀ ਅੱਗੇ ਨਿਕਲ ਜਾਂਦੇ ਹਾਂ। ਅਤੇ ਇਸ ਕਰਕੇ ਸਾਡੇ ਕੋਲ ਇਤਿਹਾਸ ਦੀ ਜਾਣਕਾਰੀ ਬਹੁਤ ਅਧੂਰੀ ਹੈ। ਆਓ ਆਪਣੇ ਮਾਣਮੱਤੇ ਇਤਿਹਾਸ ਦੇ ਨਾਲ ਜੁੜੀਏ ਅਤੇ ਮਹਾਨ ਗੁਰਸਿੱਖ ਬੀਬੀਆਂ ਦੀ ਕੁਰਬਾਨੀ ਨੂੰ ਯਾਦ ਕਰੀਏ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ